हेलो दोस्तों, ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਸਤਾ ਖੇਤਰਫਲ ਆਇਤਨ ਦੇ ਨੈਕਸਟ ਟੌਪਿਕ ਠੋਸਾਂ ਦਾ ਰੂਪਾਂਤਰਨ ਕਨਵਰਜ਼ਨ ਆਫ ਸੋਲਿਡਸ ਤੇ ਗੱਲ ਕਰਨ ਜਾ ਰਹੇ ਹਾਂ। ਲਾਸਟ ਲੈਕਚਰਾਂ ਦੇ ਵਿੱਚ ਆਪਾਂ ਕੀ ਕੀਤਾ ਸੀ, ਸੰਯੋਜਨ ਦੀ ਗੱਲ ਕੀਤੀ ਸੀ, ਕੰਬੀਨੇਸ਼ਨ ਦੀ ਗੱਲ ਕੀਤੀ ਸੀ। ਅੱਜ ਆਪਾਂ ਗੱਲ ਕਰ ਰਹੇ ਹਾਂ ਕਨਵਰਜ਼ਨ ਦੀ। ਕਨਵਰਜ਼ਨ ਮਤਲਬ ਇੱਕ ਠੋਸ ਨੂੰ ਦੂਸਰੇ ਠੋਸ 'ਚ ਬਦਲਿਆ ਜਾਂਦਾ ਹੈ, ਪਿਘਲਾਇਆ ਜਾਂਦਾ ਹੈ, ਮੋਲਡ ਕੀਤਾ ਜਾਂਦਾ ਹੈ। ਅਕਸਰ ਆਪਾਂ ਉਦਾਹਰਨਾਂ ਲੈ ਕੇ ਚੱਲਦੇ ਕੁਝ ਕੁ ਪ੍ਰੈਕਟੀਕਲ ਲਾਈਫ ਦੇ ਉਦਾਹਰਨਾਂ ਲੈ ਕੇ ਚੱਲਦਾ ਆਪਾਂ ਲਾਈਫ 'ਚ ਦੇਖਦੇ ਹਾਂ। ਜਦੋਂ ਇੱਕ ਛੋਟਾ ਬੱਚਾ ਇੱਕ ਮਿੱਟੀ ਨਾਲ ਕਲੇ ਨਾਲ ਖੇਡ ਰਿਹਾ ਹੁੰਦਾ ਹੈ, ਕਦੇ ਕੋਈ ਸ਼ੇਪ ਬਣਾ ਦਿੰਦਾ ਉਸੇ ਕਲੇ ਦੀ ਕੋਈ ਹੋਰ ਸ਼ੇਪ ਬਣਾ ਦਿੰਦਾ ਹੈ ਤਾਂ ਕੋਈ ਹੋਰ ਸ਼ੇਪ ਬਣਾ ਦਿੰਦਾ ਹੈ। ਤਾਂ ਉਹਨਾਂ ਸਾਰੀਆਂ ਸ਼ੇਪਸ ਦੇ ਵਿੱਚ ਇੱਕ ਚੀਜ਼ ਕਾਮਨ ਹੁੰਦੀ ਹੈ। ਕੀ ਹੁੰਦੀ ਹੈ? ਕਲੇ ਦੀ ਕੁਆਂਟੀਟੀ। ਬਾਕੀ ਸਾਰਾ ਕੁਝ ਸੇਮ ਹੈ, ਸਿਰਫ ਉਹ ਕੀ ਕਰ ਰਿਹਾ, ਮੋਲਡ ਕਰ ਰਿਹਾ, ਸ਼ੇਪ ਨੂੰ ਬਦਲ ਰਿਹਾ ਹੈ, ਜਿਸ ਤੇ ਆਪਾਂ ਅੱਜ ਗੱਲ ਕਰਨੀ ਹੈ। ਤਾਂ ਇਹ ਚੀਜ਼ ਹੋ ਗਈ। ਜਾਂ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਚੱਲਦਾ, ਆਪਣੇ ਘਰੇ ਕੋਈ ਰਿਲੇਟਿਵ ਆ ਰਿਹਾ ਹੈ, ਆਪਾਂ ਚਾਹ ਦੁੱਧ ਜਾਂ ਸ਼ਿਕੰਜਵੀ ਵਗੈਰਾ ਰੱਖਦੇ ਹਾਂ ਨਾ। ਤਾਂ ਜਦੋਂ ਉਸ ਤੋਂ ਇੱਕ ਜੱਗ ਦੇ ਵਿੱਚੋਂ ਚਾਹ ਨੂੰ ਜਾਂ ਆਪਾਂ 4 ਜਾਂ 5 ਗਲਾਸਾਂ 'ਚ ਪਾਉਂਦੇ ਹਾਂ ਤਾਂ ਬੇਸਿਕਲੀ ਮੈਥੇਮੈਟੀਕਲ ਭਾਸ਼ਾ 'ਚ ਆਪਾਂ ਨੂੰ ਕੀ ਕਹਾਂਗੇ, ਉਸ ਜੱਗ ਜਾਂ ਕੇਤਲੀ ਜਾਂ ਗੜਬੀ ਦਾ ਆਇਤਨ ਉਹ 4 ਜਾਂ 5 ਗਲਾਸਾਂ ਦੇ ਆਇਤਨ ਦੇ ਬਰਾਬਰ ਹੁੰਦਾ ਹੈ। ਅੱਜ ਆਪਾਂ ਉਸ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ। ਤਾਂ ਇਹਦੇ ਵਿੱਚ ਕੀ ਖਾਸੀਅਤ ਹੁੰਦੀ ਹੈ, ਜਦੋਂ ਇੱਕ ਠੋਸ ਨੂੰ ਦੂਸਰੇ ਠੋਸ 'ਚ ਬਦਲਿਆ ਜਾਂਦਾ ਹੈ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੇ ਉਹਨਾਂ ਦੇ ਆਇਤਨ ਹੁੰਦੇ ਨੇ ਉਹ ਕੀ ਹੋ ਜਾਂਦੇ ਨੇ, ਬਰਾਬਰ ਹੋ ਜਾਂਦੇ ਨੇ। ਯੈਸ, ਆਇਤਨ ਕੀ ਹੋ ਜਾਂਦੇ ਨੇ, ਬਰਾਬਰ ਹੋ ਜਾਂਦੇ ਆ। ਤਾਂ ਆਪਣਾ ਕਨਸੈਪਟ ਇਹੀ ਹੈ, ਆਪਾਂ ਨੂੰ ਕੀ ਸਟੇਟਮੈਂਟਸ ਮੈਂਸ਼ਨ ਹੋਊਗਾ, ਇੱਕ ਠੋਸ ਨੂੰ ਦੂਜੇ ਠੋਸ 'ਚ ਬਦਲਤਾ ਤਾਂ ਆਪਾਂ ਉਹਨਾਂ ਦੋਹਾਂ ਦੇ ਆਇਤਨ ਦੇ ਕੀ ਕਰ ਲਾਂਗੇ, ਬਰਾਬਰ ਰੱਖ ਲਾਂਗੇ। ਉਸ ਤੋਂ ਬਾਅਦ ਉਹਨੂੰ ਕੀ ਕਰਾਂਗੇ, ਸੋਲਵ ਕਰਾਂਗੇ। ਆਓ ਕੁਝ ਐਗਜ਼ਾਮਪਲਸ ਤੇ ਆਪਾਂ ਹੁਣ ਗੱਲ ਕਰਦੇ ਹਾਂ। ਸਟੇਟਮੈਂਟ ਤੁਹਾਡੇ ਸਾਹਮਣੇ ਪਈ ਹੈ ਸਕਰੀਨ ਤੇ, ਦੇਖੋ ਕੀ ਕਿਹਾ, ਮਾਡਲ ਬਣਾਉਣ ਵਾਲੀ ਮਿੱਟੀ ਨਾਲ ਉਚਾਈ 24 ਸੈਂਟੀਮੀਟਰ ਅਤੇ ਅਰਧ ਵਿਆਸ 6 ਸੈਂਟੀਮੀਟਰ ਵਾਲਾ ਇੱਕ ਸ਼ੰਕੂ ਬਣਾਇਆ ਗਿਆ ਹੈ। ਜੋ ਦਿੱਤਾ ਹੈ ਉਹਨੂੰ ਲਿਖੋ ਪਹਿਲਾਂ। ਸ਼ੰਕੂ ਬਣਾਇਆ ਗਿਆ ਹੈ ਜਿਸ ਦੀ ਉਚਾਈ ਆਪਾਂ ਉਰੇ ਛੋਟੀ h ਲੈ ਕੇ ਚੱਲ ਰਹੇ ਹਾਂ 24 ਸੈਂਟੀਮੀਟਰ ਅਤੇ ਅਰਧ ਵਿਆਸ ਛੋਟੀ r ਨਾਲ ਰਿਪਰੈਜ਼ੈਂਟ ਕਰ ਰਹੇ ਹਾਂ 6 ਸੈਂਟੀਮੀਟਰ ਹੈ। ਇੱਕ ਬੱਚੇ ਨੇ ਇਸ ਨੂੰ ਗੋਲਾ ਬਣਾਤਾ, ਮਿੱਟੀ ਸੀ, ਸ਼ੰਕੂ ਸ਼ੇਪ ਦੇ ਵਿੱਚ ਸੀ, ਬੱਚੇ ਨੇ ਕੀ ਕੀਤਾ, ਉਹਦੀ ਸ਼ੇਪ ਬਦਲਤੀ, ਸ਼ੇਪ ਬਦਲ ਕੇ ਉਹਨੂੰ ਗੋਲਾ ਬਣਾਤਾ। ਕਹਿੰਦੇ ਉਸ ਗੋਲੇ ਦਾ ਅਰਧ ਵਿਆਸ ਪਤਾ ਕਰੋ। ਉਰੇ ਆਪਾਂ ਛੋਟੀ r ਲਈ ਹੈ, ਇਹਦਾ ਆਪਾਂ ਨੂੰ ਨਹੀਂ ਪਤਾ ਤਾਂ ਆਪਾਂ r ਬਦਲ ਦਾਂਗੇ, ਉਰੇ ਕੀ ਆ ਗਈ, ਵੱਡੀ r। ਕੀ ਹੋਇਆ, ਬੱਚੇ ਨੇ ਸ਼ੰਕੂ ਦੀ ਸ਼ੇਪ ਬਦਲਤੀ, ਗੋਲੇ ਦੇ ਵਿੱਚ ਕਰਤੀ, ਇੱਕ ਠੋਸ ਨੂੰ ਦੂਸਰੇ ਠੋਸ ਵਿੱਚ ਬਦਲਤਾ। ਕੀ ਹੋ ਗਿਆ, ਆਇਤਨ ਬਰਾਬਰ। ਤਾਂ ਸਿੱਧਾ ਲਿਖਣਾ ਆਪਾਂ, ਇਸ ਕੋਈ ਅਲੱਗ-ਅਲੱਗ ਦੇ ਚੱਕਰ 'ਚ ਪੈਣ ਦੀ ਜ਼ਰੂਰਤ ਨਹੀਂ। ਬਦਲਣ ਦਾ ਕਾਰਨ ਕੀ ਹੋ ਗਿਆ, ਸ਼ੰਕੂ ਦਾ ਆਇਤਨ ਕਿਹਦੇ ਬਰਾਬਰ ਹੋ ਗਿਆ, ਗੋਲੇ ਦੇ ਆਇਤਨ ਦੇ। ਸ਼ੰਕੂ ਦੇ ਆਇਤਨ ਦਾ ਕੀ ਫਾਰਮੂਲਾ ਹੈ, 1/3 ਪਾਏ r ਦੀ 2h। ਗੋਲੇ ਦੇ ਆਇਤਨ ਦਾ 4/3 ਪਾਈ। ਆਪਾਂ ਗੋਲੇ ਦਾ ਅਰਧ ਵਿਆਸ ਵੱਡੀ r ਲੈ ਕੇ ਚੱਲਦੇ ਹਾਂ ਤਾਂ ਵੱਡੀ r। ਹੁਣ ਦੇਖੋ ਹੋਰ ਸੌਖਾ ਕਰਨਾ ਹੈ, ਪਾਈ ਦੋਹਾਂ ਪਾਸੇ ਪਿਆ, ਬੇਸਿਕਲੀ ਦੋਹਾਂ ਪਾਸੇ ਮਤਲਬ ਦੋਹਾਂ ਪਾਸੇ ਗੁਣਾ ਦੇ ਵਿੱਚ ਪਿਆ, ਆਪਾਂ ਕੱਟਤਾ। 3 ਦੀ ਦੋਹਾਂ ਪਾਸੇ ਵੰਡ ਪਈ ਹੈ ਤਾਂ ਕੱਟਤੀ। ਆਪਾਂ ਡਾਇਰੈਕਟ ਇਹਨੂੰ ਕੱਟ ਸਕਦੇ ਹਾਂ ਕਿਉਂਕਿ ਇੱਧਰ ਇਹ ਸਿੰਗਲ ਰਕਮ ਹੈ, ਆਪਸ 'ਚ ਗੁਣਾ ਹੈ, ਇੱਧਰ ਵੀ ਇਹ ਸਿੰਗਲ ਰਕਮ ਹੈ, ਆਪਸ 'ਚ ਗੁਣਾ ਹੈ। ਤਾਂ ਜਦੋਂ ਦੋਹਾਂ ਪਾਸੇ ਸਿੰਗਲ ਟਰਮ ਪਈ ਹੁੰਦੀ ਹੈ, ਇੱਕ ਪਦ ਪਿਆ ਹੁੰਦਾ ਹੈ, ਤਾਂ ਦੋਹਾਂ 'ਚ ਜਿਹੜਾ ਸਾਂਝਾ ਹੁੰਦਾ ਆਪਾਂ ਡਾਇਰੈਕਟ ਕੱਟ ਸਕਦੇ ਹਾਂ ਕਿਉਂਕਿ ਉਹ ਗੁਣਾ ਜਾਂ ਵੰਡ ਰੂਪ 'ਚ ਹੁੰਦਾ ਹੈ। ਹੁਣ ਕੀਮਤਾਂ ਭਰਦੇ ਹਾਂ। ਛੋਟੀ r 6, 2 ਘਾਤ ਹੈ, 2 ਬਾਰ ਗੁਣਾ। ਛੋਟੀ h 24, 4 ਐਜ਼ ਇਟ ਇਜ਼ r ਦੇ 3। ਹੁਣ ਇਸ ਤੋਂ ਬਾਅਦ ਇੱਕ ਚੀਜ਼ ਹੋਰ ਦੱਸਦਾ, ਬੜੀ ਇੰਪੋਰਟੈਂਟ ਗੱਲ, ਇਹਨੂੰ ਗੁਣਾ ਨਹੀਂ ਕਰਨਾ, ਇਹਨੂੰ ਕਰ ਐਜ਼ ਇਟ ਇਜ਼ ਚੱਲਣ ਦੋ। 4 ਨੂੰ ਉਧਰ ਸ਼ਿਫਟ ਕਰੋ, 6 ਗੁਣਾ 6 ਗੁਣਾ 24, ਇੱਧਰ ਗੁਣਾ, ਇੱਧਰ ਆ ਕੇ ਵੰਡ ਹੋ ਗਈ। ਇੱਧਰ ਆਪਾਂ ਨੂੰ ਕਿੰਨੀ ਘਾਤ ਚਾਹੀਦੀ ਹੈ, 3। ਦੇਖੋ ਆਟੋਮੈਟਿਕਲੀ ਬਣ ਗਈ ਨਾ। ਤਾਂ 6 ਦੀ ਘਾਤ ਕਿੰਨੀ ਆ ਗਈ ਆਪਣੇ ਕੋਲੇ, 3 ਆ ਗਈ। 3 ਘਾਤ ਨਾਲ 3 ਕੱਟ ਗਿਆ, r ਕਿੰਨਾ ਹੋ ਗਿਆ, 6 ਸੈਂਟੀਮੀਟਰ। ਤਾਂ ਇਹਦਾ ਮਤਲਬ ਗੋਲੇ ਦਾ ਜਿਹੜਾ ਅਰਧ ਵਿਆਸ ਆ ਗਿਆ 6 ਸੈਂਟੀਮੀਟਰ। ਇਹ ਬੜੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਮੈਂ ਦੱਸ ਰਿਹਾ, ਪਰ ਇਹ ਕੰਮ ਬਹੁਤ ਆਉਂਦੀਆਂ ਨੇ। ਇਹਦੇ ਨਾਲ ਕੈਲਕੂਲੇਸ਼ਨ ਬਹੁਤ ਸੌਖੀ ਹੋ ਜਾਂਦੀ ਤੇ ਮਿਸਟੇਕ ਦੇ ਚਾਂਸ ਘਟ ਜਾਂਦੇ ਆ। ਆਪਾਂ ਹੋਰ ਕੁਐਸਚਨ ਲੈ ਕੇ ਚੱਲਦੇ ਹਾਂ। ਹੁਣ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਦੇ ਸਾਹਮਣੇ ਪਿਆ ਹੈ। ਕੁਐਸਚਨ ਕੀ ਹੈ, ਦੇਖੋ, ਅਰਧ ਵਿਆਸ
4.2 ਸੈਂਟੀਮੀਟਰ ਵਾਲੇ ਧਾਤੂ ਦੇ ਇੱਕ ਗੋਲੇ, ਆਪਾਂ ਨੂੰ ਇੱਕ ਗੋਲਾ ਦੇਤਾ ਜਿਹਦਾ ਅਰਧ ਵਿਆਸ 4.2 ਸੈਂਟੀਮੀਟਰ ਦੇਤਾ, ਨੂੰ ਪਿਘਲਾ ਕੇ, ਇਹਦਾ ਮਤਲਬ ਦੂਜੇ ਠੋਸ ਚ ਬਦਲਤਾ। ਅਰਧ ਵਿਆਸ 6 ਸੈਂਟੀਮੀਟਰ ਵਾਲੇ ਇੱਕ ਬੇਲਨ, ਕਿਸ ਚ ਬਦਲਤਾ? ਬੇਲਨ। ਆਪਾਂ ਉਰੇ ਛੋਟੀ ਆਰ ਲੈ ਚੁੱਕੇ ਹਾਂ ਅਰਧ ਵਿਆਸ ਲਈ, ਬੇਲਨ ਦੇ ਲਈ ਕੀ ਲੈ ਲਾਂਗੇ? ਵੱਡੀ ਆਰ। 6 ਸੈਂਟੀਮੀਟਰ ਅਰਧ ਵਿਆਸ ਵਾਲੇ ਬੇਲਨ ਚ ਬਦਲਤਾ। ਬੇਲਨ ਦੀ ਉਚਾਈ ਪਤਾ ਕਰੋ। ਬਿਲਕੁਲ ਸਿੰਪਲ ਕੁਐਸਚਨ ਪਿਆ, ਦੇਖੋ ਹੁਣ ਗੋਲੇ ਨੂੰ ਪਿਘਲਾ ਕੇ ਬੇਲਨ ਦੇ ਵਿੱਚ ਬਦਲਤਾ ਤਾਂ ਕੀ ਹੋਇਆ? ਫਿਰ ਗੋਲੇ ਦਾ ਆਇਤਨ ਬਰਾਬਰ ਬੇਲਨ ਦਾ ਆਇਤਨ। ਗੋਲੇ ਦੇ ਆਇਤਨ ਦਾ ਕੀ ਫਾਰਮੂਲਾ ਹੈ? 4/3 ਪਾਈ ਆਰ ਦੀ 3। ਬੇਲਨ ਦਾ ਪਾਈ ਆਰ ਆਪਾਂ ਵੱਡੀ ਲਿਖ ਲਿਆ 2h, ਇਹੀ ਹੈ ਨਾ। ਹੁਣ ਦੇਖੋ ਸੌਖਾ, ਦੋਨਾਂ ਪਾਸੇ ਸਿੰਗਲ ਸਿੰਗਲ ਟਰਮ ਹੈ, ਪਾਈ ਦੇ ਨਾਲ ਪਾਈ ਕੱਟ ਗਿਆ। 4/3 ਛੋਟੀ ਆਰ 4.2, 3 ਘਾਤ ਦਾ ਮਤਲਬ 3 ਵਾਰ ਗੁਣਾ, ਵੱਡੀ ਆਰ 6, 2 ਘਾਤ ਦਾ ਮਤਲਬ 2 ਵਾਰ ਗੁਣਾ। h ਪਤਾ ਕਰਨਾ ਹੈ, ਕੋਈ ਗੁਣਾ ਨਹੀਂ ਕਰਨੀ, ਸੌਖੇ ਤਰੀਕਾ ਹੱਲ ਕਰਨਾ ਸ਼ੁਰੂ ਕਰੋ। ਇਹਨੂੰ ਇਹਨਾਂ ਕੱਟਿਆ 1.4h, ਆ 6 ਦੀ ਗੁਣਾ ਹੈ, ਇੱਧਰ ਆ ਕੇ ਵੰਡ ਹੋ ਜੂ। ਇੱਧਰ ਪਹਿਲਾਂ ਕਿਹੜੇ ਕਿਹੜੇ ਟਰਮਸ ਪਈਆਂ ਨੇ? ਆ ਪਈਆਂ ਵਟਾ 6 ਗੁਣਾ 6, 6 ਏਕਮ 6.7, 6 ਏਕਮ 6.7। ਅਗਰ ਪੁਆਇੰਟਾਂ 'ਚ ਹੋ ਜਾਏ ਤਾਂ ਵੈਲ ਐਂਡ ਗੁੱਡ ਹੈ, ਨਹੀਂ ਇਹਨੂੰ ਬਟਿਆਂ 'ਚ ਕਰ ਦੋ। ਉਰੋਂ ਦਸ਼ਮਲਵ ਹਟਾਇਆ 10, ਉਰੋਂ ਦਸ਼ਮਲਵ ਹਟਾਇਆ ਨੀਚੇ 10, ਉਰੋਂ ਦਸ਼ਮਲਵ ਹਟਾਇਆ ਨੀਚੇ 10, ਗੱਲ ਇੱਕੋ ਹੀ ਹੈ। ਤਾਂ ਫਿਰ h ਕੀ ਆ ਗਿਆ ਆਪਣੇ ਕੋਲੇ? ਆ ਦੇਖੋ ਮੈਂ ਲਿਖ ਦਿੰਦਾ 4, 1.4 ਦਾ ਮਤਲਬ 14/10, 0.7 7/10, 7। ਕੱਟਣ ਦੀ ਲੋੜ ਨਹੀਂ, ਕਿਉਂਕਿ ਆਪਾਂ ਨੂੰ ਪਤਾ ਜਦੋਂ ਨੀਚੇ 10, 100 ਜਾਂ 1000 ਹੁੰਦਾ ਦਸ਼ਮਲਵ ਸੌਖਾ ਲੱਗ ਜਾਂਦਾ ਹੈ, ਤਾਂ ਆਪਾਂ ਸਿਰਫ ਇਹਨਾਂ ਦੀ ਗੁਣਾ ਕਰਾਂਗੇ। 14 ਚੌਕੇ 56, 56 ਦੀ 7 ਨਾਲ ਗੁਣਾ ਕਰੋ, ਕਿੰਨਾ ਆਊਗਾ? ਦੇਖੋ 7 6 42, 4 35 ਤੇ 4 39, ਫਿਰ 7 ਨਾਲ 7 दूनी 14, 1 9 7 63 ਤੇ 64, 6 21 ਤੇ 6 27, 2744/1000। 3 ਜ਼ੀਰੋਆਂ ਨੇ 3 ਦਸ਼ਮਲਵ ਅੰਕ ਬਣ ਜਾਣਗੇ ਤੇ 2.744 ਸੈਂਟੀਮੀਟਰ ਉਸ ਬੇਲਨ ਦੀ ਆਪਣੇ ਕੋਲੇ ਉਚਾਈ ਆ ਜਾਣੀ ਹੈ। ਨੈਕਸਟ ਐਗਜ਼ਾਮਪਲ ਦੇ ਹੁਣ ਆਪਾਂ ਚੱਲਦੇ ਹਾਂ। ਨੈਕਸਟ ਕੁਐਸਚਨ ਹੈ ਆਪਣੇ ਕੋਲੇ, ਵਿਆਸ 7 मीटर वाला खूह 20 मीटर डूंगा है। खूह देता जिदा व्यास 7 मीटर, डूंगा का मतलब उचाई होगी, डूंगा इनू आप उचाई लेके चलते हैं, है ना, 20 मीटर। पुट्टिया गया है ਅਤੇ ਪੁੱਟਣ ਨਾਲ ਜਿਹੜੀ ਉਹ ਚੋਂ ਮਿੱਟੀ ਨਿਕਲੀ ਆ, ਖੂਹ ਚੋਂ ਜਿਹੜੀ ਮਿੱਟੀ ਨਿਕਲੀ ਉਹਦਾ ਇੱਕ ਚਬੂਤਰਾ ਬਣਾਤਾ। ਚਬੂਤਰਾ ਕਿਸ ਸਾਈਜ਼ ਦਾ? 22 मीटर ਗੁਣਾ 14 मीटर ਦਾ। ਮਤਲਬ ਆਪਾਂ ਨੂੰ ਪਤਾ ਹੈ ਪਹਿਲੀ ਲੰਬਾਈ ਹੁੰਦੀ ਹੈ, ਦੂਸਰੀ ਚੌੜਾਈ ਹੁੰਦੀ ਹੈ। ਚਬੂਤਰੇ ਦੀ ਉਚਾਈ ਉਰੇ ਆਪਾਂ ਛੋਟੀ ਐਚ ਲਈ ਹੈ, ਉਰੇ ਆਪਾਂ ਵੱਡੀ ਐਚ ਲੈ ਕੇ ਚੱਲਾਂਗੇ। ਹੁਣ ਸਭ ਤੋਂ ਪਹਿਲਾਂ ਖੂਹ ਕਿਸ ਸ਼ੇਪ 'ਚ ਹੁੰਦਾ? ਸਭ ਤੋਂ ਪਹਿਲਾ ਕੁਐਸਚਨ, ਸਿਲੰਡਰ ਜਾਂ ਬੇਲਨ, ਗੋਲਾਕਾਰ ਹੁੰਦਾ ਨਾ, ਕਿਉਂਕਿ ਚਬੂਤਰਾ ਲੰਬਾਈ ਦੇਤੀ ਚੌੜਾਈ ਦੇਤੀ, ਇਹਦਾ ਮਤਲਬ ਕਿਸ ਸ਼ੇਪ 'ਚ ਹੋ ਗਿਆ? ਘਨਾਵਕਾਰ, ਘਨਾਵ ਸ਼ੇਪ 'ਚ ਹੋ ਗਿਆ। ਹੁਣ ਕਹਿੰਦੇ ਜਿਹੜੀ ਇਹਦੇ ਵਿੱਚੋਂ ਮਿੱਟੀ ਨਿਕਲੀ ਉਹ ਮਿੱਟੀ ਦੇ ਨਾਲ ਇੱਕ ਚੌਰਸ ਚਬੂਤਰਾ ਬਣਾਤਾ। ਤਾਂ ਜਦੋਂ ਮਿੱਟੀ ਇਹ ਚੋਂ ਨਿਕਲ ਗਈ, ਦੋਹਾਂ ਦੇ ਆਇਤਨ, ਖੂਹ ਵਿੱਚੋਂ ਨਿਕਲੀ ਮਿੱਟੀ ਦਾ ਆਇਤਨ ਕਿਹਦੇ ਬਰਾਬਰ ਆ ਗਿਆ? ਚਬੂਤਰੇ ਵਿੱਚ ਫੈਲਾਤੀ ਨਾ, ਫੈਲਾਈ ਮਿੱਟੀ ਦੇ ਆਇਤਨ। ਇਹ ਮੈਥਮੈਟੀਕਲ ਭਾਸ਼ਾ ਹੈ। ਅਸਲ 'ਚ ਆਪਾਂ ਕੀ ਕੀਤਾ? ਇਹ ਚੋਂ ਮਿੱਟੀ ਕੱਢ ਕੇ ਉੱਥੇ ਫੈਲਾਤੀ, ਮਿੱਟੀ ਦੀ ਕੁਆਂਟੀਟੀ ਸੇਮ ਹੈ, ਤਾਂ ਮੈਥਮੈਟੀਕਲ ਭਾਸ਼ਾ 'ਚ ਆਪਾਂ ਲਿਖ ਦਾਂਗੇ। ਉਰੇ ਵਿਆਸ ਦਿੱਤਾ ਹੋਇਆ, ਅਰਧ ਵਿਆਸ ਇਹਦਾ ਅੱਧਾ ਹੋ ਗਿਆ। ਹੁਣ ਖੂਹ ਕਿਸ ਸ਼ੇਪ 'ਚ ਹੈ? ਬੇਲਨ ਜਾਂ ਸਿਲੰਡਰ। ਪਾਈ ਆਰ ਦੀ 2h, ਚਬੂਤਰਾ ਘਨਾਵ, ਲੰਬਾਈ ਗੁਣਾ ਚੌੜਾਈ ਗੁਣਾ ਉਚਾਈ।
ਹੁਣ ਤੱਕ ਜਿੰਨੀਆਂ ਐਗਜ਼ਾਮਪਲਾਂ ਲਈਆਂ ਸੀ ਪਾਈ ਦੋਹਾਂ ਪਾਸੇ ਸੀ ਤਾਂ ਆਪਾਂ ਕੱਟ ਦਿੰਦੇ ਸੀ, ਪਰ ਇੱਥੇ ਇੱਕ ਪਾਸੇ ਕੋਈ ਗੱਲ ਨਹੀਂ। ਪਾਈ ਆ ਗਿਆ 22/7, ਆਰ 2 ਬਾਰ ਹੈ, 7/2 2 ਬਾਰ, ਐਚ ਆ ਗਿਆ 20, ਲੰਬਾਈ 22, ਚੌੜਾਈ 14, ਐਚ ਆਪਾਂ ਕੀ ਕਰਨੀ ਹੈ ਪਤਾ ਕਰਨੀ। ਹੱਲ ਕਰਦੇ ਆ। 7 ਏਕਮ 7, 7 ਏਕਮ 7, 2 ਏਕਮ 10 दूना 20, 2 ਏਕਮ 11 दूना 22, तो अपने को की बच गया 11 गुना 7 गुना 10 खब्बे पासे। सज्जे पासे है 22 गुना 14 गुना एच। ए गुना दूजे पासे लेके जावांगे की हो जू वंड वो नीचे चले जाएंगे। 11 एकम 11, 11 दूनी 22, 7 एकम 7, 7 दूनी 14, 2 एकम 2, 5 दूनी 10, तो एच आ गया 5/2, 2.5 की चल रहे ने सारे मीटर चल रहे ने, तो यदा मतलब वो जड़ा चबूतरा बनूगा जेड़ी ओदी उचाई होनी है कितनी होनी है 2.5 मीटर या 2.5 मीटर। नैक्सट क्वेश्चन ने आप चलते हैं हुण आ रहा अपना नैक्सट क्वेश्चन की कहा देखो स्टेटमेंट दे विच क्रमवार 6 सेंटीमीटर 8 सेंटीमीटर 10 सेंटीमीटर अर्ध व्यासां वाले धातु के 3 गोले ने या छोटियां गोलियां कह सकते हैं, गोले देते 3, तिन्ना दे अर्ध व्यास देते मान लो R1 R2 R3, एक 6 सेंटीमीटर, एक 8 सेंटीमीटर, एक 10 सेंटीमीटर नू पिघलाता का एक वड्डा गोला बनाता। यही कहना कहते वड्डे गोले का अर्ध व्यास पता करो। 3 छोटे गोलियां नू पिघला के वड्डा गोला बनाता, ਇਹਦਾ मतलब 3 गोलियां का आयतन बराबर है वड्डे गोले दे आयतन के बराबर। 3 गोलियां का आयतन बराबर वड्डे गोले दा आयतन। हुण गोले दा आयतन 4/3 पाई, पहला अर्ध व्यास ओदी घात 3, दूजे दा आयतन 4/3 पाई, दूजा अर्ध व्यास ओदी घात 3, तीजे गोले दा आयतन आ हो गया। हुण वड्डा गोला आप और वड्डी आर लेके चल रहे हैं। देखो ध्यान नाल 4/3 पाई सारियां च है, तो यह मतलब कट जूगा। ठीक, पिछे की बच गया R1 की घात 3, R2 की घात 3, R3 की घात 3, वड्डी R की घात 3। की करिए कीमत भरीए। R1 किन्ना 6, 6 की घात 3, 8 की घात 3, 10 की घात 3, 6 की घात 3, 6 की 3 बार गुना 6 कम 6 के 36, 36 6 का 216, 8 की घात 3, 8 की 3 बार गुना 8 8 64, 64 8 512, 10 की 3 बार गुना की 1000, जोड़ किता किन्ना आ गया 1728। हुण इहदे गुणनखंड बनाने हैं, सब तो इंपॉर्टेंट बनाओ क्योंकि 3 घात है, सीधा याद है तो वैल एंड गुड है। आप गुणनखंड बना के देखते हैं। 2 ते गया 864, 432, 216, 108, 54, 27, 9। हुण 3 घात है, एक तिकड़ी आ रही, एक तिकड़ी आ रही, एक तिकड़ी आ रही, तो कली आर कि बराबर आ जू 1 2 इत्थों निकल गया। आप घनमूल आप 8वीं क्लास कर चुके हैं। 1 2 इत्थों निकल जो 1 3 2 दूनी 4 तीए 12 सेंटीमीटर। ਇਹਦਾ मतलब ਜਦੋਂ 3 छोटे गोलियां ਨੂੰ पिघला के आप ਵੱਡਾ गोला बनावांगे ਉਹਦਾ ਜਿਹੜਾ अर्ध व्यास होगा कितना होगा इस डायमेंशंस के अकॉर्डिंग 12 सेंटीमीटर। नैक्सट क्वेश्चन चलते अपना की कहा उन्होंने देखो 32 सेंटीमीटर उच्ची ਅਤੇ 18 सेंटीमीटर अर्ध व्यास वाली एक बेलनाकार बाल्टी। सब तो पहला की दिता है बेलनाकार बेलन देता सिलेंडर देता ਆਪਾਂ ਨੂੰ ਜਿਹਦੇ ਵਿੱਚ
ਉਚਾਈ h ਵੱਡੀ h ਲੈ ਕੇ ਚੱਲਦੇ ਹਾਂ ਆਪਾਂ 32 ਸੈਂਟੀਮੀਟਰ ਅਤੇ ਅਰਧ ਵਿਆਸ ਵੱਡੀ r 18 ਸੈਂਟੀਮੀਟਰ। ਰੇਤ ਨਾਲ ਭਰੀ ਹੋਈ ਹੈ, ਇੱਕ ਬਾਲਟੀ ਰੇਤ ਨਾਲ ਭਰੀ ਹੋਈ ਹੈ। ਛੋਟੀ ਜਿਹੀ ਅਗਰ ਮੈਂ ਐਗਜ਼ਾਮਪਲ ਬਣਾ ਰਿਹਾ, ਦੇਖੋ ਇਹ ਰੇਤ ਨਾਲ ਭਰੀ ਹੋਈ ਹੈ। ਇਸ ਚੋਂ ਮਿੱਟੀ ਕੱਢੀ, ਜ਼ਮੀਨ ਤੇ ਫੈਲਾਤੀ, ਇੱਕ ਸ਼ੰਕੂ ਆਕਾਰ ਢੇਰੀ ਬਣਾਤੀ। ਇਹੀ ਹੈ ਨਾ ਕੁਐਸਚਨ। ਦੇਖੋ ਜੇ ਸ਼ੰਕੂ ਆਕਾਰ ਦੀ ਢੇਰੀ ਦੀ ਉਚਾਈ 24 ਸੈਂਟੀਮੀਟਰ ਹੋਵੇ ਤਾਂ ਇਹਦਾ ਅਰਧ ਵਿਆਸ ਪਤਾ ਕਰੋ। ਆਹ ਕੁਐਸਚਨ ਹੈ। ਹੁਣ ਇਸ 'ਚ ਜਿਹੜੀ ਰੇਤ ਸੀ ਸ਼ੰਕੂ ਆਕਾਰ ਦੀ ਢੇਰੀ 'ਚ ਕਰਤੀ, ਜਿਹਦੀ ਉਚਾਈ ਆਪਾਂ ਕਿਉਂਕਿ ਉਰੇ ਵੱਡੀ h ਲਈ ਆ, ਉਰੇ ਛੋਟੀ ਲੈ ਲੈਂਦੇ ਆ, 24 ਸੈਂਟੀਮੀਟਰ ਹੈ। ਅਰਧ ਵਿਆਸ ਆਪਾਂ ਪਤਾ ਕਰਨਾ। ਤਾਂ ਹੁਣ ਕੀਤਾ ਕੀ ਹੈ, ਬੇਲਨਾਕਾਰ ਬਾਲਟੀ ਵਿੱਚ ਰੇਤ ਦਾ ਆਇਤਨ, ਬੇਲਨਾਕਾਰ ਬਾਲਟੀ ਵਿੱਚ ਰੇਤ ਦਾ ਆਇਤਨ, ਕਿੱਥੇ ਗਈ ਉਹ ਰੇਤ ਸਾਰੀ ਦੀ ਸਾਰੀ? ਸ਼ੰਕੂ ਆਕਾਰ ਢੇਰੀ ਚ ਆ ਗਈ। ਸ਼ੰਕੂ ਆਕਾਰ ਢੇਰੀ ਵਿੱਚ ਰੇਤ ਦੇ ਆਇਤਨ ਦੇ ਬਰਾਬਰ। ਜਿਵੇਂ ਸਟੇਟਮੈਂਟ ਲਿਖੀ ਹੈ ਸਿਰਫ ਉਵੇਂ ਲਿਖਣਾ ਹੈ, ਕੁਝ ਐਕਸਟਰਾ ਲਿਖਣ ਦੀ ਲੋੜ ਨਹੀਂ ਹੈਗੀ। ਹੁਣ ਇਸ ਦਾ ਫਾਰਮੂਲਾ ਕੀ ਹੋ ਗਿਆ? ਪਾਏ ਆਰ ਦੀ 2h, ਇਹਦਾ 1/3 ਪਾਈ। ਦੇਖੋ ਉਰੇ ਵੱਡੀ ਆਰ ਵੱਡੀ h ਲਈ ਸੀ, ਉਰੇ ਛੋਟੀ ਆਰ ਛੋਟੀ h ਲਈ ਹੈ। ਦੋਨੇ ਪਾਸੇ ਪਾਈ ਹੈ, ਕੱਟ ਗਿਆ। ਵੱਡੀ ਆਰ 18 ਗੁਣਾ 18, h ਕਿੰਨਾ ਹੈ? 32, 1/3। ਛੋਟੀ ਆਰ ਪਤਾ ਕਰਨੀ ਹੈ, h ਕਿੰਨੀ ਹੈ? 24, 3 × 3 8 × 24। ਇਹ ਆ ਚੁੱਕਿਆ। ਗੁਣਾ ਨਹੀਂ ਕਰਨੀ, ਤਰੀਕਾ ਇਹਨੂੰ ਐਜ਼ ਇਟ ਇਜ਼ ਰੱਖ ਕੇ ਹੱਲ ਕਰੋ। ਇਹਦੀ ਗੁਣਾ ਦੂਜੇ ਪਾਸੇ ਜਾ ਕੇ ਇਹਦੀ ਵੰਡ ਹੋ ਜੂ। ਦੇਖੋ ਹੁਣ ਤਰੀਕਾ ਦੱਸਦਾ। ਆਪਾਂ ਨੂੰ ਪਤਾ 2 ਦੇ ਪਾਰਟ ਤੇ ਇਹ ਵੀ ਕੱਟਿਆ ਜਾਊ, ਇਹ ਵੀ, ਪਰੰਤੂ ਇੱਕ ਚੀਜ਼ ਦੇਖੋ, ਖੱਬੇ ਹੱਥ ਇੱਥੇ ਆਪਾਂ ਨੂੰ 2 ਘਾਤ ਚਾਹੀਦੀ ਹੈ। 2 ਘਾਤ ਚਾਹੀਦੀ ਹੈ ਨਾ, ਆ ਤਾਂ ਪਹਿਲਾਂ ਹੀ 2 ਘਾਤ ਪਈ ਹੈ, ਤਾਂ ਇਹਨੂੰ ਹੱਲ ਕਰ ਦੋ। 8 × 8 8 ਚੌਕਾ 32, ਤਾਂ ਇਹ ਆ ਗਿਆ 18 ਗੁਣਾ 18। 4 ਕਿਹਦੀ ਘਾਤ 2 ਹੈ? 2 ਗੁਣਾ 2, ਤਾਂ r ਦੀ 2 ਬਰਾਬਰ ਹੈ 18 ਦੀ ਘਾਤ 2, 2 ਦੀ ਘਾਤ 2, ਜਾਂ ਇਕੱਠਾ ਪਾਈ ਲਿਖ ਦਾਂਗੇ। 2 ਨਾਲ 2 ਕੱਟ ਗਿਆ, 18 ਦੂਣਾ 36 ਸੈਂਟੀਮੀਟਰ ਹੋਣਾ। ਦੇਖੋ ਇੱਕ ਥੋੜਾ ਜਿਹਾ ਸੋਚ ਕੇ, ਛੋਟੀ ਛੋਟੀ ਗੱਲਾਂ ਨੇ, ਨਹੀਂ ਤੁਸੀਂ ਪਹਿਲਾਂ ਇਹਦੀ ਗੁਣਾ ਕਰੋਗੇ, ਫਿਰ ਗੁਣਨਖੰਡ ਕਰਕੇ ਵਰਗਮੂਲ ਕੱਢੋਗੇ, ਬੜਾ ਲੈਂਥੀ ਬਣ ਜਾਊਗਾ, ਕੁਐਸਚਨ ਸੋਲਵ ਹੋ ਜੂ। ਪਰ ਇੱਥੇ ਅਗਰ ਥੋੜਾ ਜਿਹਾ ਅਗਰ ਆਪਾਂ ਸੋਚ ਕੇ ਚੱਲੀਏ ਤਾਂ ਕੁਐਸਚਨ ਜਲਦੀ ਸੋਲਵ ਹੋ ਜਾਂਦਾ ਹੈ। ਨੈਕਸਟ ਐਗਜ਼ਾਮਪਲ ਦੇ ਹੁਣ ਚੱਲਦੇ ਹਾਂ ਆਪਾਂ, ਨੈਕਸਟ ਕੁਐਸਚਨ ਤੇ ਵਰਕ ਕਰਦੇ ਹਾਂ। ਨੈਕਸਟ ਕੁਐਸਚਨ ਦੇਖੋ ਕੀ ਹੈ ਆਪਣੇ ਕੋਲੇ। 5.5 ਸੈਂਟੀਮੀਟਰ, 10 ਸੈਂਟੀਮੀਟਰ, 3.5 ਸੈਂਟੀਮੀਟਰ ਪਸਾਰਾ ਵਾਲਾ ਘਨਾਵ। ਆਪਾਂ ਨੂੰ ਇੱਕ ਘਨਾਵ ਦੇਤਾ ਜਿਹਦੇ ਡਾਇਮੈਂਸ਼ਨਸ ਦੇਤੀਆਂ 5.5 ਸੈਂਟੀਮੀਟਰ ਗੁਣਾ 10 ਸੈਂਟੀਮੀਟਰ ਗੁਣਾ 3.5, ਮਤਲਬ ਲੰਬਾਈ, ਚੌੜਾਈ ਅਤੇ ਉਚਾਈ। ਘਨਾਵ ਬਣਾਉਣ ਲਈ 1.75 ਸੈਂਟੀਮੀਟਰ ਵਿਆਸ, 1.75 ਸੈਂਟੀਮੀਟਰ ਵਿਆਸ ਅਤੇ 2 ਮਿਲੀਮੀਟਰ ਮੋਟਾਈ, ਮੋਟਾਈ ਦਾ ਮਤਲਬ ਉਚਾਈ, ਇੱਥੇ ਆਪਾਂ ਛੋਟੀ h ਲੈ ਲਾਂਗੇ, ਇੱਥੇ ਵੱਡੀ h, 2 ਮਿਲੀਮੀਟਰ ਵਾਲੇ ਕਿੰਨੇ ਸਿੱਕੇ। ਸਿੱਕਾ ਕਿਸ ਸ਼ੇਪ 'ਚ ਹੁੰਦਾ? ਕੁਆਇਨ, ਬਿਲਨ ਸ਼ੇਪ 'ਚ, ਸਿਲੰਡਰ ਸ਼ੇਪ 'ਚ, ਇਹੀ ਹੁੰਦਾ ਨਾ। ਕਿੰਨੇ ਸਿੱਕਿਆਂ ਨੂੰ ਪਿਘਲਾਉਣਾ ਪਵੇਗਾ, ਮਤਲਬ ਕਿੰਨੇ ਸਿੱਕੇ ਨੇ ਨਹੀਂ ਪਤਾ। ਮੰਨ ਲਓ ਸਿੱਕਿਆਂ ਦੀ ਗਿਣਤੀ ਆਪਾਂ ਲੈ ਲਈ n, ਸਿੱਕਿਆਂ ਦੀ ਗਿਣਤੀ n ਸਿੱਕੇ ਪਿਘਲਾਣੇ ਨੇ। ਠੀਕ, ਇੱਥੇ ਇੱਕ ਸਭ ਤੋਂ ਵੱਡੀ ਚੀਜ਼ ਦੇਖੋ, ਸੈਂਟੀਮੀਟਰ 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 ਮਿਲੀਮੀਟਰ। ਤਾਂ ਸਭ ਤੋਂ ਪਹਿਲਾਂ ਇਕਾਈਆਂ ਸੇਮ ਕਰਨੀਆਂ ਨੇ। ਇਹ ਹੋ ਗਿਆ 2/10 ਸੈਂਟੀਮੀਟਰ। ਉਰੇ ਵਿਆਸ ਹੈ ਅਰਧ ਵਿਆਸ, ਬਿਲਕੁਲ ਸਟੈਪ ਬਾय ਸਟੈਪ ਕੁਐਸਚਨ ਨੂੰ ਕਰਨਾ ਹੈ। ਆ ਗਿਆ, ਚੀਜ਼ ਹੋ ਗਈ। ਹੁਣ ਇੱਕ ਘਨਾਵ ਨੂੰ ਬਣਾਉਣ ਦੇ ਲਈ ਕਿੰਨੇ ਸਿੱਕੇ ਚਾਹੀਦੇ ਨੇ? ਮੰਨ ਲਓ ਆਪਾਂ ਨੂੰ ਕਿੰਨੇ ਸਿੱਕੇ ਚਾਹੀਦੇ ਨੇ? n। ਤਾਂ ਫਿਰ ਕੁਐਸਚਨ ਦੇ ਅਕੋਰਡਿੰਗ ਕੀ ਹੋ ਗਿਆ? ਘਨਾਵ ਦਾ ਆਇਤਨ ਕਿਹਦੇ ਬਰਾਬਰ ਹੈ? n ਸਿੱਕੇ ਹੈ, n ਗੁਣਾ ਸਿੱਕਿਆਂ ਦਾ ਆਇਤਨ, ਜਾਂ n ਸਿੱਕਿਆਂ ਦਾ ਆਇਤਨ, ਗੱਲ ਇੱਕੋ ਹੀ ਹੈ, ਤੁਸੀਂ ਜੋ ਵੀ ਮਰਜ਼ੀ ਲਿਖ ਸਕਦੇ ਹੋ। ਘਨਾਵ ਹੋ ਗਿਆ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਸਿੱਕਾ ਕਿਸ ਸ਼ੇਪ 'ਚ ਹੈ? ਸਿਲੰਡਰ ਜਾਂ ਬੇਲਨ। ਪਾਈ r ਦੀ 2 ਵੱਡੀ h। ਦਸ਼ਮਲਵ ਹਟਾਇਆ ਨੀਚੇ 10, ਦਸ਼ਮਲਵ ਹਟਾਇਆ ਨੀਚੇ 10। ਸੌਖਾ ਕਰ ਰਹੇ ਹਾਂ ਕੁਐਸਚਨ ਨੂੰ। 10 ਨਾਲ 10 ਕੱਟ ਗਿਆ,
5 दूनी 10, 5 11 55। तो यह हो गया 11 गुना 35 वटा 2। कोई गुना नहीं करनी, मैं बार बार एको गल ते कह रहा, एन नहीं पता। पाई आ गया 22 वटा 7। छोटी आर 1.75, इहनूं दशमलव हटाओ, 2 दशमलव अंक ने नीचे 2 0। 25 के पहाड़े ते गया, 25 7 175, 25 8 200। तो आर 2 बार 7 वटे 8 गुना 7 वटे 8। वड्डी एच कितनी है? 2 वटे 10। हल करो, देखो ध्यान नाल। 7 नाल 7, 2 एकम 2, 4 दूनी 8, 2 दूनी 4, 11 दूनी 22। तो फिर की होया सारा एन किहदे बराबर आ गया? उल्टा हो जू, ਜਿਹੜੀਆਂ ਦੇ ਨਾਲ है उपर वाली नीचे चली जाओ, नीचे वाली उपर। वो पहला हिस्सा उमें का उमें खब्बा पासा। हुण असल च की होया, नीचे की बचा 8, ये उपर गया। नीचे की बचा 2, उपर गया। नीचे की बचा 10, उपर गया। उपर की बचा 11, नीचे गया। इधर 7, 11 नाल 11 कट गया, 2 नाल 2 कट गया। 7 एकम 7, 7 5 35, 5 8 40, 40 की 10 नाल गुना की 400। ਇਹਦਾ मतलब की होया फिर इस नाल दे जदों 400 सिक्कियां नूं पिघलावांगे तो उस डायमेंशन का पसार का घनाव अपने को की होना है, बन जाना। यह क्वेश्चन सी अपने को। हुण आपां अगला इस टाइप का एक होर क्वेश्चन लेके चलते हैं। बहुत इंपॉर्टेंट क्वेश्चन, अगर लास्ट ईयर के पेपर चेक करोगे काफ़ी बार क्वेश्चन रिपीट होगा थोड़ा। की क्वेश्चन है? देखो इस नाम का एक खूह वाला क्वेश्चन मैं कुछ देर पहला दस के हटिया। एक यह है, बड़ा फर्क है दोहां दे, स्टेटमेंट नूं समझो। इत्थे कहंदे 3 मीटर व्यास वाला एक खूह 14 मीटर डूंघाई तक पुट्टिया गया है। खूह देता तो ऑलरेडी क्लीयर है आपां नूं, खूह सिलेंडर या बेलन शेप च हुंदा है। 3 मीटर व्यास है, व्यास हो गया 3 मीटर। तो छोटी आर अर्ध व्यास 3 वटा 2 मीटर। डूंघाई होगी एच, ऊंचाई 14 मीटर। पुट्टिया गया है। मैं ये डायग्राम बनाना समझाने के लिए कोशिश करूंगा, मैं डायग्राम में थोड़े क्वेश्चन समझा सका। एक खूह है, मान लो आ जमीन है, क्योंकि आपां नूं पता है खूह जमीन तो नीचे भी पट्टिया जाता है। आ हो गया, नीचे ही पट्टिया गया, कुछ हिस्सा जमीन के ऊपर रह गया। आ देती 14 मीटर, आ देता 3 वटा 2 मीटर, या आप कह सकते हैं 1.5 मीटर। कहते जिहड़ी इह चों मिट्टी निकली है, देखो की फर्क है। इदों पहला जिहड़ा आपां क्वेश्चन कीता सी, ਉਹ ਸੀ मिट्टी कड्ढी, एक होर चबूतरा बनाता ਉਹਦੇ ਨਾਲ ਦਾ अलग, जिवें आपां कहना भरत पाती किसी होर थां ते आपां आम शब्द यूज करते हैं। परंतु इत्थे की कहा, कहते इस विचों निकली मिट्टी नूं खूह दे चारे पासे का मतलब ਜਦੋਂ मिट्टी कड्डांगे ਇਹਦੇ ਚਾਰੇ पासे चक्राकार ਜਿਹੜਾ एक चबूतरा बनाता, ਇੱਥੇ मिट्टी पाती। समझ गए? किन्ने मीटर चौड़ी पाती? 4 मीटर। आ 4 मीटर हो गया। कहते ਇਹਦੀ ऊंचाई पता करनी है। क्वेश्चन ये अपना समझ आ गया? मिट्टी कड्डी, ਤਾਂ ही मैं छोटी डायग्राम बनाई है। जमीन तो उपर मान लो खूह का इन्ना हिस्सा है जो मैं डायग्राम में थोड़ा हिस्सा है, ये चारे पासे फैलाती। तो जो थोड़ा जिहा उपरों मैं ध्यान नाल दिखाने की कोशिश कर रहा, जो उपरों देखा, देखो की डायग्राम बननी है। उपरले साइड तो इतों इसका व्यू लैके चलांगे, कोशिश करो, इमैजिन करो। आता हो गया खूह का, जिथे अपना पानी आप कहने पट्टिया गया, ये चारे पासे मिट्टी फैलाती, आ फैलाती। इत्थे किन्ने मीटर चौड़ी? 4 मीटर। आ 4 मीटर है। आ खूह है, इत्थे अर्धव्यास कितना हो गया? 3 वटे 2 मीटर, या आप कह सकते हैं 1.5 मीटर। तो जो उपरली साइड तो ये व्यू नूं देखांगे तो अपने को इस तरह की डायग्राम बन जानी है। तो यह चीज़ की बनूगी फिर? यह चक्राकार रिंग है, तो जो ये क्योंकि 3D बन गया, ये बन गया सिलेंडर का खोल बन गया अपने को। तो यदा मतलब जिहड़ा चबूतरा बनया हो वो असल दे विच सिलेंडराकार खोल बने, जिथे एक तो आर हुंदी है वड्डी, बाहरला अर्धव्यास जिहनूं बोलते हैं, आ हो गया अंदरूनी। बाहरला अर्धव्यास कितना हो गया? आ 4 है, आ 1.5 है,
5.5 मीटर। अंदरूनी आर मैं क्यों ले रहा क्योंकि दोनों सेम ही ने 1.5 मीटर। आपां इहदी उचाई पता करनी है। आ कॉन्सैप्ट है, आ क्वेश्चन है अपना जिस ते आपां गल करनी है, ते बड़ा इंपॉर्टेंट है। ठीक होया, मैं दोबारा दस दिना। इत्थों मिट्टी कड्डी, ਇਹਦੇ ਚਾਰੇ ਪਾਸੇ ਫਲਾਤੀ, ਕਿਉਂਕਿ ਖੂਹ ਹੈ ਜਿਹੜਾ ਉਹ ਆਪਾਂ ਨੂੰ ਪਤਾ ਗੋਲ ਚੱਕਰਾਕਾਰ ਸ਼ੇਪ 'ਚ ਹੈ। ਜਦੋਂ ਚਾਰੇ ਪਾਸੇ ਮਿੱਟੀ ਫੈਲਾ ਦਾਂਗੇ ਉਹ ਸਿਲੰਡਰਾਕਾਰ ਖੋਲ ਬਣ ਜਾਣਾ ਹੈ, ਤੇ ਜਦੋਂ ਟੌਪ ਵਿਊ ਦੇਖਾਂਗੇ ਆ ਚੀਜ਼ ਬਣ ਜੂਗੀ ਆਪਣੀ, ਬਣ ਜਾਣੀ ਹੈ ਨਾ। ਤਾਂ ਫਿਰ ਜਿਹੜੀ ਹੁਣ ਖੂਹ ਵਿੱਚੋਂ ਮਿੱਟੀ ਨਿਕਲੀ, ਖੂਹ ਵਿੱਚੋਂ ਨਿਕਲੀ ਮਿੱਟੀ ਦਾ ਆਇਤਨ ਕਿਹਦੇ ਬਰਾਬਰ ਹੋ ਗਿਆ? ਚਬੂਤਰੇ ਵਿੱਚ ਫੈਲਾਈ ਮਿੱਟੀ ਦੇ ਆਇਤਨ ਦੇ। ਸਿਲੰਡਰ ਪਾਈ ਆਰ ਦੀ 2 ਛੋਟੀ ਐਚ, ਖੋਲ ਸਿਲੰਡਰਾਕਾਰ ਖੋਲ ਦਾ ਕੀ ਆਇਤਨ ਦਾ ਫਾਰਮੂਲਾ ਹੁੰਦਾ ਹੈ? ਬਾਹਰਲਾ ਆਇਤਨ ਮਾਈਨਸ ਅੰਦਰਲਾ ਆਇਤਨ। ਖੋਲ ਦੀ ਡਾਇਗਰਾਮ ਦੇਖੋ, ਅਗਰ ਆਪਾਂ ਧਰਤੀ ਤੋਂ ਉੱਪਰਲੇ ਹਿੱਸੇ ਦੀ ਗੱਲ ਕਰੀਏ, ਆ ਖੂਹ ਦਾ ਹਿੱਸਾ ਬਣ ਜੂ ਅੰਦਰਲਾ, ਇੱਥੇ ਆਪਾਂ ਕੀ ਕਰਤੀ ਹੋਈ ਹੈ? ਮਿੱਟੀ ਫੈਲਾਈ ਹੋਈ ਹੈ। ਤਾਂ ਇਸ ਟਾਈਪ ਦੀ ਡਾਇਗਰਾਮ ਬਣ ਜਾ। ਇਹਦਾ ਹੋ ਗਿਆ ਬਾਹਰਲਾ ਆਇਤਨ ਵੱਡੀ ਆਰ ਨਾਲ, ਅੰਦਰਲਾ ਆਇਤਨ, ਕਿਉਂਕਿ ਇਕੱਲੇ ਅਰਧ ਵਿਆਸ ਤੇ ਫਰਕ ਪੈਣਾ ਹੈ। ਸੌਖਾ ਕਰਨਾ, ਦੇਖੋ ਪਾਈ ਸਾਂਝਾ ਐਚ ਸਾਂਝਾ, ਵੱਡੀ ਆਰ ਦੀ 2 ਮਾਈਨਸ ਛੋਟੀ ਆਰ ਦੀ 2। ਹੱਲ ਕਰਦੇ ਹਾਂ। ਪਾਈ ਨਾਲ ਪਾਈ ਕੱਟ ਗਿਆ, ਛੋਟੀ ਆਰ ਕਿੰਨੀ ਹੈ? 3/2, 2 ਘਾਤ ਹੈ 2 ਬਾਰ। ਐਚ ਕਿੰਨਾ ਹੈ? 14। ਵੱਡੀ ਐਚ ਪਤਾ ਕਰਨੀ ਹੈ। ਵੱਡੀ ਆਰ 5.5 ਦੀ ਘਾਤ 2, ਛੋਟੀ ਆਰ 1.5 ਦੀ ਘਾਤ 2। ਹੁਣ ਇਹਨੂੰ ਹੱਲ ਕਰਨਾ ਹੈ। ਹੱਲ ਕਰਨਾ ਬੜਾ ਸੌਖਾ, ਇੰਟਰਸਟਿੰਗ ਹੈ। ਦੇਖੋ ਇੱਥੇ ਕੀ ਹੈ, ਆ ਕੱਟਿਆ ਗਿਆ। ਪਹਿਲਾਂ ਇਹ ਤਾਂ ਨਿਪਟਾਈਏ। 3 9 9 7 63, 63/2। ਐਚ ਨਹੀਂ ਪਤਾ। ਇੱਥੇ ਜਾਂ ਤਾਂ ਤੁਸੀਂ ਇਹਦੇ ਵਰਗ ਹੱਲ ਕਰੋ, ਪਰ ਦਸ਼ਮਲਵ ਕਰਕੇ ਮੈਨੂੰ ਪਤਾ ਦਿੱਕਤ ਆ ਸਕਦੀ ਹੈ। ਤਾਂ ਫਾਰਮੂਲਾ a ਦੀ 2 ਮਾਈਨਸ b ਦੀ 2, ਯਾਦ ਹੈ ਆਪਾਂ ਫਾਰਮੂਲਾ ਕੀਤਾ ਹੋਇਆ ਛੋਟੇ ਕਲਾਸਾਂ 'ਚ, a ਮਾਈਨਸ b a ਪਲੱਸ b। ਈਜ਼ੀ ਬਣਾਉਣਾ ਜੇ, ਜਿਹਦੇ ਨਾਲ ਤੁਹਾਨੂੰ ਗੁਣਾ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ ਹੈਗੀ। ਆ ਗਿਆ। ਤਾਂ ਫਿਰ ਇਹ ਕਿਹਦੇ ਬਰਾਬਰ ਆ ਗਿਆ? 0.5 ਦਾ 0.5 ਖਤਮ, 5 ਚੋਂ 1 ਘਟਾਇਆ 4। ਇਹਨੂੰ ਜੋੜ ਕੇ ਦੇਖੋ ਕਿੰਨਾ ਆ ਗਿਆ? 5 ਤੇ 1 6 ਤੇ 1 7, 63/2। ਤੇ ਐਚ ਕਿਹਦੇ ਬਰਾਬਰ ਆ ਗਿਆ? ਇਹਦੀ ਗੁਣਾ ਹੈ, ਇੱਧਰ ਜਾ ਕੇ ਕੀ ਹੋ ਜਾਣੀ ਆ? ਵੰਡ 9। ਐਚ ਬਰਾਬਰ 9/8 ਮੀਟਰ, ਜਾਂ ਜਦੋਂ ਵੰਡ ਕਰਾਂਗੇ 1.125 ਮੀਟਰ। ਤਾਂ ਇਹ ਸੀ ਦੋਸਤੋ ਆਪਣਾ ਟੌਪਿਕ ਠੋਸਾਂ ਦਾ ਰੂਪਾਂਤਰਨ। ਥੈਂਕ ਯੂ।